SIT ਦੇ ਵੱਲੋਂ ਬੇਅਦਬੀ ਕੇਸ ਦੇ ਵਿੱਚ ਰਾਮ ਰਹੀਮ ਤੋਂ ਮੈਰਾਥਨ ਪੁੱਛਗਿੱਛ। IG ਪਰਮਾਰ ਦੀ ਅਗਵਾਈ ਦੇ ਵਿੱਚ ਸੁਨਾਰੀਆ ਜੇਲ੍ਹ ਅੰਦਰ ਰਾਮ ਰਹੀਮ ਨੂੰ ਹੋਏ ਸਵਾਲ ਜਵਾਬ। ਪਹਿਲੀ ਵਾਰ ਜਾਂਚ ਦੇ ਵਿੱਚ ਸ਼ਾਮਲ ਹੋਇਆ ਰਾਮ ਰਹੀਮ। ਬੇਅਦਬੀ ਦੇ ਨਸ਼ੇ ਨੂੰ ਲੈ ਕੇ ਸਿੱਧੂ ਨੇ ਮੁੜ ਘੇਰੀ ਆਪਣੀ ਸਰਕਾਰ। ਬੋਲੇ ਇਨਸਾਫ ਦੇਣ ਦੀ ਥਾਂ ਤੁਸੀਂ ਖੁਦ ਬਣ ਗਏ ਮੁਲਜ਼ਮਾਂ ਦੀ ਢਾਲ। ਸਰਕਾਰ ਨੂੰ ਦੋ ਟੁਕ ਬੋਲੇ, ਜਾਂ ਕੰਪਰੋਮਾਈਜ਼ਡ ਅਫਸਰ ਚੁਣ ਲਓ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ। ਅੰਦਰੂਨੀ ਕਲੇਸ਼ ਦੇ ਵਿਚਾਲੇ CM ਚੰਨੀ ਦੇ ਨਵਜੋਤ ਸਿੰਘ ਸਿੱਧੂ ਦੀ ਬੈਠਕ। ਹਰੀਸ਼ ਚੌਧਰੀ ਵੀ ਰਹੇ ਮੌਜੂਦ। ਮੰਤਰੀ ਵੇਰਕਾ ਬੋਲੇ 2-3 ਦਿਨ ਚ ਸੁਲਝ ਜਾਏਗਾ ਮਸਲਾ। ਗ੍ਰਹਿ ਮੰਤਰੀ ਰੰਧਾਵਾ ਦੇ ਜਵਾਈ ਨੂੰ ਅਹਿਮ ਅਹੁਦਾ ਦੇਣ ਤੇ ਕਮਸਾਨ। ਤਰੁਣਵੀਰ ਸਿੰਘ ਲਹਿਲ ਦੇ ਐਡੀਸ਼ਨਲ ਐਡਵੋਕੇਟ ਜਨਰਲ ਬਣਨ ਤੇ ਵਿਰੋਧੀਆਂ ਨੇ ਚੁੱਕੇ ਸਵਾਲ। ਰੰਧਾਵਾ ਬੋਲੇ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਹੋਈ ਹੈ ਨਿਯੁਕਤੀ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਰਬ ਵਿਛੜੀਆਂ ਨੂੰ ਹੁਣ ਦਿੱਤੀ ਗਈ ਸ਼ਰਧਾਂਜਲੀ। ਹੁਣ 11 ਨਵੰਬਰ ਨੂੰ BSF ਦੇ ਮਸਲੇ ਤੇ ਲਿਆਂਦਾ ਜਾਵੇਗਾ ਮਤਾ। ਵਿਰੋਧੀਆਂ ਨੇ ਕੀਤੀ ਮਿਆਦ ਵਧਾਉਣ ਦੀ ਮੰਗ। ਕਿਹਾ ਲੋਕਾਂ ਦੇ ਮੁੱਦਿਆਂ ਤੇ ਚਰਚਾ ਤੋਂ ਭੱਜ ਰਹੀ ਹੈ ਸਰਕਾਰ। ਕਾਂਗਰਸ ਆਗੂ ਰਮਨ ਬਹਿਲ ਨੇ SF ਬੋਰਡ ਦੇ ਚੇਅਰਮੈਨ ਦੇ ਵਜੋਂ ਦਿੱਤਾ ਅਸਤੀਫਾ। ਬਹਿਲ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾ। ਚੰਡੀਗੜ੍ਹ ਦੇ ਵਿੱਚ ਕੋਰਟ ਦੇ ਵਿੱਚ ਜਗਤਾਰ ਸਿੰਘ ਤਾਰਾ ਦਾ ਕਬੂਲਨਾਮਾ। ਕਿਹਾ ਆਪਣੀ ਕੌਮ ਦੇ ਲਈ ਕੰਮ ਕਰਨ ਦਾ ਸੀ ਪਲਾਨ, ਇਸ ਲਈ ਜੇਲ੍ਹ ਤੋੜ ਕੇ ਹੋਇਆ ਫਰਾਰ। ਅਦਾਲਤ ਤੇ ਨਹੀਂ ਹੈ ਸਾਡਾ ਵਿਸ਼ਵਾਸ। DAP ਦੀ ਘਾਟ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਚੰਨੀ ਨੂੰ ਅਲਟੀਮੇਟਮ। ਬੋਲੇ ਇੱਕ ਹਫ਼ਤੇ ਅੰਦਰ ਨਹੀਂ ਹੱਲ ਹੋਇਆ ਮਸਲਾ ਤਾਂ ਮੁੱਖ ਮੰਤਰੀ ਦਾ ਘਰੋਂ ਨਿਕਲਣਾ ਕਰ ਦੇਵਾਂਗੇ ਬੰਦ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ ਵੱਡੀ ਖਬਰ ਦੇ ਨਾਲ। ਗੱਲ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਤੋਂ ਚੰਨੀ ਸਰਕਾਰ ਦੇ ਉੱਤੇ ਸਿਆਸੀ ਤਾਬੜਤੋੜ ਹਮਲੇ ਕਰਦੇ ਨਜ਼ਰ ਆ ਰਹੇ ਨੇ। ਦੋ ਸਵਾਲ ਉਹਨਾਂ ਤੋਂ ਵੀ ਪੁੱਛੇ ਗਏ ਤਾਂ ਉਹ ਹੱਥ ਖੜੇ ਕਰਦੇ ਨਜ਼ਰ ਆਏ। ਤਿੰਨ ਦਿਨ ਦੇ ਅੰਦਰ ਪ੍ਰੈਸ ਕਾਨਫਰੰਸ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਦੂਜੀ ਵਾਰ ਚੰਨੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਨਵਜੋਤ ਸਿੱਧੂ ਨੇ ਇੱਕ ਦੇ ਬਾਅਦ ਇੱਕ 10 ਸਵਾਲ ਚੰਨੀ ਸਰਕਾਰ ਨੂੰ ਕੀਤੇ ਨੇ। ਸਿੱਧੂ ਦਾ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਸਰਕਾਰ ਗੋਲੀकांड ਦੇ ਵਿੱਚ ਇਨਸਾਫ ਦੇਣ ਦੀ ਥਾਂ ਤੇ ਮੁਲਜ਼ਮਾਂ ਦੀ ਢਾਲ ਬਣ ਗਈ ਹੈ। ਗੋਲੀकांड 'ਚ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦੇਣ ਵਾਲੇ ਨੂੰ DGP ਲਾਇਆ ਗਿਆ ਹੈ। ਇੱਕ ਨੇ ਕਲੀਨ ਚਿੱਟ ਦਿੱਤੀ ਤੇ ਦੂਜੇ ਨੇ ਬਲੈਂਕਟ ਬੇਲ ਦਵਾਈ। ਬਲੈਂਕਟ ਬੇਲ ਦੇ ਖਿਲਾਫ ਹੁਣ ਤੱਕ ਪਟੀਸ਼ਨ ਕਿਉਂ ਨਹੀਂ ਪਾਈ ਗਈ? ਸਵਾਲ ਤਕਨੀਕੀ ਤੌਰ ਤੇ ਨਿਯੁਕਤੀ ਦਾ ਨਹੀਂ, ਨੈਤਿਕਤਾ ਦਾ ਹੈ। 6 ਮਹੀਨੇ ਬਾਅਦ ਵੀ SIT ਦੀ ਰਿਪੋਰਟ ਕਿੱਥੇ ਹੈ? ਇਨਸਾਫ ਦਿਵਾਉਣ ਦੇ ਵਿੱਚ ਸਿਆਸੀ ਇੱਛਾ ਸ਼ਕਤੀ ਦੀ ਕਮੀ ਹੈ। STF ਦੀ ਰਿਪੋਰਟ ਜਨਤਕ ਕਰਨ ਤੋਂ ਸਰਕਾਰ ਨੂੰ ਕੌਣ ਰੋਕ ਰਿਹਾ ਹੈ? ਜੇ PPA ਰੱਦ ਨਹੀਂ ਹੋਏ ਤਾਂ ਕਿਵੇਂ ਸਸਤੀ ਬਿਜਲੀ ਦੇਵੋਗੇ? ਕਿ ਅਗਲੇ 5 ਸਾਲ ਤੱਕ ਵੀ ਸਸਤਾ ਪੈਟਰੋਲ ਦੇ ਸਕੋਗੇ? ਇਹ ਸਿੱਧੂ ਦੇ ਚੰਨੀ ਸਰਕਾਰ ਨੂੰ 10 ਸਵਾਲ ਸਨ। ਸਿੱਧੂ ਦੇ ਇਹਨਾਂ ਸਵਾਲਾਂ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਸਰਕਾਰ ਤੁਹਾਡੀ ਹੈ ਤਾਂ ਉਹਨਾਂ ਨੇ ਹੱਥ ਖੜੇ ਕਰਦੇ ਹੋਏ ਕਿਹਾ ਕਿ ਉਹ ਤਾਂ ਪਾਵਰਲੈਸ ਨੇ। ਉਹ ਭਾਈ ਸਾਡੇ ਕੋਲ ਤੇ ਮੇਰੇ ਕੋਲ ਤੇ ਐਗਜ਼ੀਕਿਊਟਿਵ ਪਾਵਰ ਹੈ ਨਹੀਂ। ਲੋਕੀ ਸੋਚਦੇ ਪ੍ਰਧਾਨ ਬਣ ਗਿਆ ਕਰ ਦੂ। ਕਿਵੇਂ ਕਰ ਦੂ? ਸਮਝੋ ਮੇਰੀ ਗੱਲ। ਐਡਮਿਨਿਸਟ੍ਰੇਟਿਵ ਪਾਵਰ ਚਾਹੀਦੀ ਹੈ। ਇਸ ਗੱਲ ਨੂੰ ਸਮਝੋ। ਪੰਜਾਬ ਦੇ ਲੋਕ ਜੇ ਨਹੀਂ ਸਮਝਦੇ ਤੁਸੀਂ ਸਮਝਾਓ। ਮੇਰੀ ਗੱਲ ਨੂੰ ਸੁਣ। ਜਿੰਨੀ ਪਾਵਰ ਮੇਰੇ ਕੋਲ ਹੈ ਉਦੋਂ ਵੱਧ ਲਾਉਣਾ ਕਿ ਨਹੀਂ? ਗੱਲ ਨੂੰ ਸਮਝ ਲੈ। ਇਸ ਕਰਕੇ ਇਸ ਗੱਲ ਦੀ ਬਹਿਸ ਨਹੀਂ। ਨਵਜੋਤ ਸਿੰਘ ਸਿੱਧੂ ਹੁਣ ਭਾਵੇਂ ਖੁਦ ਨੂੰ ਪਾਵਰਲੈਸ ਦੱਸ ਰਹੇ ਨੇ, ਪਰ ਜਦੋਂ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਬਾਰੇ ਸਵਾਲ ਪੁੱਛਿਆ ਜਾਂਦਾ ਸੀ ਤਾਂ ਉਹ ਛਾਤੀ ਠੋਕ ਕੇ ਬੜੀ ਬੇਬਾਕੀ ਦੇ ਨਾਲ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਸਨ। ਪਹਿਲੇ ਦਿਨ ਤੋਂ ਮੈਂ ਲੜਦਾ ਰਿਹਾ ਕਿ ਖਜ਼ਾਨੇ ਦੀ ਚੋਰੀ ਰੇਤੇ 'ਚੋਂ ਹੁੰਦੀ ਹੈ। ਜਦੋਂ ਉਦੋਂ ਦੇ ਮੁੱਖ ਮੰਤਰੀ ਨੂੰ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀਗਾ 1000 ਰੁਪਏ ਟਰਾਲੀ ਕਰ, ਕਿਹਾ ਸੀ ਕਿ ਨਹੀਂ ਕਿਹਾ ਸੀ? ਕੌਣ ਭੁੱਲਿਆ ਦੱਸੋ? ਤੁਸੀਂ ਭੁੱਲ ਗਏ? ਕੀਤੀ ਉਹਨੇ ਤੇ ਕਿੱਥੇ ਹੈ?
ਪਾਵਰਲੈਸ ਸਿੱਧੂ ਹੁਣ ਇਹ ਦਾਅਵਾ ਕਰ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਚੰਨੀ ਹਾਈ ਕਮਾਨ ਦੀ ਪਸੰਦ ਸਨ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੀਐਮ ਦੀ ਕੁਰਸੀ ਛੱਡੀ ਸੀ ਤਾਂ ਚਰਚਾਵਾਂ ਹੋਈਆਂ ਸਨ ਕਿ ਜਾਖੜ ਤੇ ਰੰਧਾਵਾ ਦੇ ਸੀਐਮ ਵਜੋਂ ਨਾਂ ਸਾਹਮਣੇ ਆਉਣ ਤੇ ਸਿੱਧੂ ਨਾਰਾਜ਼ ਹੋ ਗਏ ਸਨ, ਪਰ ਚੰਨੀ ਦੇ ਨਾਮ ਤੇ ਉਹਨਾਂ ਨੇ हामी ਭਰ ਦਿੱਤੀ ਸੀ। नए मुख्यमंत्री बन गए हैं, उनको लाने में भी सबसे बड़ा हाथ आप ही का रहा। नहीं 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 नहीं, नहीं उनको लाने के लिए हाईकमांड का हाथ है। गलत बात मत बोल बुरू, आई करेक्ट यू। बिल्कुल गलत गल ना कर, मैं कोई हो नहीं, बिल्कुल गलत गल ना कर, मैं आई विल। ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਚੰਨੀ ਸਰਕਾਰ ਤੇ ਸਵਾਲ ਕਰ ਰਹੇ ਨੇ, ਪਰ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਉਹ ਬੜੀ ਸੇਫ ਗੇਮ ਖੇਡਦੇ ਨਜ਼ਰ ਆਉਂਦੇ ਨੇ। ਚੰਡੀਗੜ੍ਹ ਤੋਂ ਰੋਹਿਤ ਬੰਸਲ, ਨਿਊਜ਼ 18। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਕੋਲ ਪ੍ਰਸ਼ਾਸਨਿਕ ਤਾਕਤ ਨਾ ਹੋਣ ਦਾ ਤਰਕ ਦੇ ਰਹੇ ਨੇ ਤਾਂ ਦੂਜੇ ਪਾਸੇ ਉਹ ਇੱਕ ਵਾਰ ਮੁੜ ਤੋਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਧਮਕੀ ਵੀ ਦਿੰਦੇ ਨੇ। ਸਿਰਫ ਇੰਨਾ ਹੀ ਨਹੀਂ, ਸਿੱਧੂ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਵੀ ਵੱਡੀ ਭਵਿੱਖਬਾਣੀ ਕੀਤੀ। और प्रियंका जी दे सिपाही ने अपना अस्तीफा वापस लिया। आई हैव टेकन बैक माय रेजिग्नेशन। चुनो, तुसी चुनो ना, दो कॉम्प्रोमाइज्ड ऑफिसर या पीपीसीसी चीफ चुनो, चुनो। 2 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਵਾਪਸ ਲੈਣ ਵਾਲਾ ਬਿਆਨ ਦਿੱਤਾ ਸੀ ਤਾਂ ਹੁਣ ਮੁੜ ਤੋਂ ਪ੍ਰਧਾਨਗੀ ਦੀ ਕੁਰਸੀ ਛੱਡਣ ਦੀ ਧਮਕੀ ਦੇ ਕੇ ਸਿੱਧੂ ਨੇ ਨਾ ਸਿਰਫ ਚੰਨੀ ਸਰਕਾਰ ਦੇ ਲਈ ਬਲਕਿ ਕਾਂਗਰਸ ਹਾਈ ਕਮਾਨ ਦੇ ਲਈ ਵੀ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦਾ ਬਿਆਨ ਏਜੀ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਸੀ। ਉਹਨਾਂ ਨੇ ਸਾਫ਼ ਤੌਰ ਤੇ ਸਰਕਾਰ ਨੂੰ ਧਮਕੀ ਦਿੱਤੀ ਕਿ ਜਾਂ ਪਾਰਟੀ ਉਹਨਾਂ ਨੂੰ ਪਾਰਟੀ ਦੇ ਅਹੁਦੇ ਦੇ ਲਈ ਚੁਣੇ ਜਾਂ ਫਿਰ ਅਫਸਰਾਂ ਨੂੰ ਚੁਣਨ ਜਿਨ੍ਹਾਂ ਦਾ ਉਹ ਵਿਰੋਧ ਕਰ ਰਹੇ ਨੇ। ਹਾਲਾਂਕਿ ਸਿੱਧੂ ਦੀ ਇਸ ਧਮਕੀ ਤੋਂ ਬਾਅਦ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਕੇ ਦਾਅਵਾ ਕੀਤਾ ਕਿ ਦਾਗੀ ਅਫਸਰਾਂ ਨੂੰ ਹਟਾਇਆ ਜਾਵੇਗਾ ਜਿਨ੍ਹਾਂ ਤੇ ਸਵਾਲ ਚੁੱਕੇ ਜਾ ਰਹੇ ਨੇ। चुनो, तुसी चुनो ना, दो कॉम्प्रोमाइज्ड ऑफिसर या पीपीसीसी चीफ चुनो, चुनो। ਚਾਹੇ ਬਰਗਾੜੀ ਕਾਂਡ ਹੈ, ਬੈਬਲ ਕਲਾਂ ਕਾਂਡ ਹੈ ਜਾਂ ਨਸ਼ਿਆਂ ਦਾ ਮਾਮਲਾ ਹੈ, ਇਸ ਨਸ਼ਿਆਂ ਦੇ ਮਾਮਲੇ ਨੂੰ ਹੱਲ ਕਰਨ ਵਾਸਤੇ ਕੋਈ ਅਫਸਰ ਆੜੇ ਆ ਰਿਹਾ ਹੈ ਜਾਂ ਉਹਨੂੰ ਹਟਾਉਣ ਦੀ ਜ਼ਰੂਰਤ ਹੈ ਤਾਂ ਬਿਲਕੁਲ ਹਟਾਇਆ ਜਾਏਗਾ। ਸਿੱਧੂ ਨੇ ਸਿਰਫ ਚੰਨੀ ਸਰਕਾਰ ਅਤੇ ਹਾਈ ਕਮਾਨ ਨੂੰ ਧਮਕੀ ਹੀ ਨਹੀਂ ਦਿੱਤੀ ਬਲਕਿ ਉਹਨਾਂ ਨੇ ਆਪਣੇ ਏਜੰਡੇ ਨੂੰ ਨਾ ਮੰਨਣ ਤੇ 2022 ਦੇ ਲਈ ਵੱਡੀ ਸਿਆਸੀ ਭਵਿੱਖਬਾਣੀ ਵੀ ਕਰ ਦਿੱਤੀ। ਸਿੱਧੂ ਨੇ ਕਿਹਾ ਕਿ 2022 ਤੋਂ ਪਹਿਲਾਂ ਜਾਂ ਤਾਂ ਸੁਧਾਰ ਹੋ ਜਾਵੇਗਾ ਜਾਂ ਸੂਬਾ ਰਹਿਣ ਯੋਗ ਨਹੀਂ ਰਹੇਗਾ। ਉਸ ਕਗਾਰ ਦੇ ਉੱਤੇ ਹੈ ਇਲੈਕਸ਼ਨ ਜਿੱਥੇ ਪੰਜਾਬ ਜਾਂ ਡੈਮੇਜ ਕੰਟਰੋਲ ਹੋ ਸਕਦਾ ਜਾਂ ਫਿਰ ਇਰਰਿਪੇਅਰੇਬਲ ਡੈਮੇਜ ਹੋਊ, ਰਹਿਣ ਜੋਗਾ ਨਹੀਂ ਰਹਿਣਾ ਸੂਬਾ। ਇੱਕ ਤੋਂ ਬਾਅਦ ਇੱਕ ਖੁੱਲ੍ਹ ਕੇ ਚੰਨੀ ਸਰਕਾਰ ਦੇ ਖਿਲਾਫ ਬਿਆਨ ਦੇ ਰਹੇ ਨੇ। ਹਾਈ ਕਮਾਨ ਸਾਹਮਣੇ ਚੁਣੌਤੀਆਂ ਪੇਸ਼ ਕਰ ਰਹੇ ਨੇ। ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਸਵਾਲ ਖੜੇ ਕਰ ਰਹੇ ਨੇ। ਹਾਈ ਕਮਾਨ ਹੁਣ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਝੁਕੇਗੀ ਜਾਂ ਫਿਰ ਕੋਈ ਸਖਤ ਫੈਸਲਾ ਲੈ ਕੇ 2022 ਦੀਆਂ ਚੋਣਾਂ ਵਿੱਚ ਉਤਰੇਗੀ। ਚੰਡੀਗੜ੍ਹ ਤੋਂ ਰੋਹਿਤ ਬੰਸਲ, ਨਿਊਜ਼ 18 ਪੰਜਾਬ। ਤਾਂ ਨਵਜੋਤ ਸਿੰਘ ਸਿੱਧੂ ਦੇ ਤਾਬੜਤੋੜ ਹਮਲੇ ਜਾਰੀ ਨੇ। ਹੁਣ ਸਵਾਲ ਇਹ ਹੈ ਕਿ ਸਿੱਧੂ ਰੁਕਣਗੇ ਕਿੱਥੇ ਜਾਂ ਸਿੱਧੂ ਦੇ ਨਾਲ ਸਮਝੌਤਾ ਸੁਲ੍ਹਾ ਸਮਝਾਇਆ ਕਿਵੇਂ ਜਾਵੇਗਾ। ਪਰ ਇਸ ਸਭ ਦੇ ਵਿਚਾਲੇ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ ਜਾਂ ਕਹੀਏ ਕਿ ਇਸ ਪੂਰੇ ਡੈਮੇਜ ਕੰਟਰੋਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਮੀਟਿੰਗ ਹੋਈ। ਹਰੀਸ਼ ਚੌਧਰੀ ਦੀ ਮੌਜੂਦਗੀ ਦੇ ਵਿੱਚ ਬੈਠਕ ਹੋਈ। 2-3 ਦਿਨ ਦੇ ਵਿੱਚ ਮਸਲਾ ਹੱਲ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਦਾਅਵਾ ਕੀਤਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ। ਉਹਨਾਂ ਨੇ ਕਿਹਾ ਕਿ ਹਰੀਸ਼ ਚੌਧਰੀ ਖੁਦ ਪੂਰਾ ਮਾਮਲਾ ਦੇਖ ਰਹੇ ਨੇ। ਸਿੱਧੂ ਦੇ ਮਸਲੇ ਤਾਂ ਠੀਕ ਨੇ ਪਰ ਜੋ ਤਰੀਕਾ ਹੈ ਉਹ ਉਸ ਨੂੰ ਲੈ ਕੇ ਕਿੰਤੂ ਪਰੰਤੂ ਹੈ। ਬੇਅਦਬੀ ਤੇ ਨਸ਼ੇ ਦੇ ਮੁੱਦੇ ਉੱਤੇ ਸਿੱਧੂ ਨੇ ਆਪਣੀ ਸਰਕਾਰ ਨੂੰ ਘੇਰਿਆ। ਅੱਜ ਹਰੀਸ਼ ਚੌਧਰੀ ਜੀ ਨੇ ਸੀਐਮ ਸਾਹਿਬ ਨਾਲ ਔਰ ਨਵਜੋਤ ਸਿੰਘ ਸਿੱਧੂ ਦੇ ਨਾਲ ਇਹ ਪੰਜਾਬ ਦੇ ਵਿੱਚ ਮਸਲਿਆਂ ਦੇ ਉੱਪਰ ਅਲੱਗ-ਅਲੱਗ ਚਰਚਾ ਵੀ ਕੀਤੀ ਹੈ ਔਰ ਇਕੱਠੀ ਚਰਚਾ ਵੀ ਕੀਤੀ ਹੈ ਔਰ ਇਹ ਚਰਚਾ ਹੋਈ ਹੈ ਔਰ ਉਹਦਾ ਜਲਦੀ ਜਿਹੜਾ ਹੱਲ ਹੈ ਉਹ ਹਰੀਸ਼ ਚੌਧਰੀ ਜੀ ਕੱਢਣਗੇ। ਜਲਦ ਮਸਲਾ ਹੱਲ ਕਰ ਲਿਆ ਜਾਏਗਾ ਪਰ ਕਿਵੇਂ ਹੋਏਗਾ, ਕਿਹੜਾ ਫਾਰਮੂਲਾ ਅਪਣਾਇਆ ਜਾਏਗਾ ਉਸ ਦੇ ਉੱਤੇ ਹੀ। ਉਧਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਸਿੱਧੂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਸਮਰਥਨ ਕੀਤਾ ਅਤੇ ਸੀਐਮ ਚੰਨੀ ਦੇ ਉੱਤੇ ਨਿਸ਼ਾਨਾ ਸਾਧਿਆ।
नहीं, मैं सिद्धू साहब पे और उनके भविष्य पे, उनके फ्यूचर पे बोलने वाला कौन होता हूं? ये तो सिद्धू साहब को तय करना है। नहीं, लेकिन मैं मुद्दों की बात कर रहा हूं। जो मुद्दे उठाए जा रहे हैं वो मुद्दे वैलिड हैं। सीट पर सब चन्नी साहब, जिन्हें मैं ड्रामेबाज मुख्यमंत्री कहता हूं, वो कैप्टन अमरिंदर की राह पे चल रहे हैं। कैप्टन अमरिंदर की लेगेसी को आगे बढ़ाते हुए आज चन्नी साहब ने अपनी ही सरकार के मंत्रियों को और एमएलए को नौकरियां देनी शुरू कर दी, उनके बच्चों को, उनके रिश्तेदारों को नौकरी देनी शुरू कर दी। मैं एक चीज साफ कर दूं, चन्नी में और कैप्टन साहब में कोई फर्क नहीं है। चन्नी साहब और कैप्टन साहब में कोरा भी फर्क नहीं है, एकदम सेम है। बस इतना है कि चन्नी साहब को फोटो खिंचवाना, थोड़ी ड्रामेबाजी करनी अच्छी आती है। बाकी जो काम कैप्टन साहब करते थे वही काम चन्नी साहब कर रहे हैं अपने मंत्री। उधर अकाली दल ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਉੱਤੇ ਤੰਜ ਕੱਸ ਰਹੇ ਨੇ। ਸੁਖਬੀਰ ਨੇ ਕਿਹਾ ਕਿ ਜਿਸ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਹੁੰਦਾ ਏ ਉੱਥੇ ਕਦੇ ਬਰਕਤ ਨਹੀਂ ਹੁੰਦੀ। ਤੇ ਮੈਨੂੰ ਕੋਈ ਬੰਦਾ ਆਇਆ ਸੀ, ਦੱਸ ਰਿਹਾ ਸੀ ਜੋ ਮੁੱਖ ਮੰਤਰੀ ਬਣਿਆ ਤੇ ਪਹਿਲੇ ਦਿਨ ਉਹਨੇ ਕਿਹਾ, ਕਹਿੰਦੇ ਰੇਤੇ ਵਾਲੇ ਨੂੰ ਬੁਲਾਇਆ, ਕਹਿੰਦੇ ਦੱਸੋ ਕਿੰਨਾ ਦਿੰਦੇ ਸੀ ਅਮਰਿੰਦਰ ਨੂੰ। ਉਹ ਕਹਿੰਦੇ ਜੀ ਇੰਨੇ ਕਰੋੜ ਰੁਪਇਆ ਮਹੀਨੇ ਦਾ। ਉਹ ਕਹਿੰਦੇ ਪਿਛਲੇ ਮਹੀਨੇ ਤਾਂ ਦਿੱਤਾ ਨਹੀਂ ਹੋਣਾ ਕਿਉਂਕਿ ਉਹਦਾ ਰੌਲਾ ਪਿਆ ਸੀ। ਕਹਿੰਦੇ ਨਹੀਂ, ਕਹਿੰਦੇ ਉਹ ਤਾਂ ਫੜਾਓ ਹੁਣੀ। ਹੁਣ ਕਹਿੰਦਾ ਅਗਲੇ 3 ਮਹੀਨੇ ਦਾ ਪਹਿਲੇ ਐਡਵਾਂਸ ਦਿਓ। ਉਹ ਕਹਿੰਦੇ ਅਸੀਂ ਐਡਵਾਂਸ ਕਿਵੇਂ ਦਈਏ? ਨਹੀਂ ਨਹੀਂ, ਐਡਵਾਂਸ ਦਿੱਤੇ ਉਹਨਾਂ ਤੋਂ, ਤੁਸੀਂ ਦੇਖੋ। ਉਹ ਕਹਿੰਦੇ ਕੋਈ ਪਤਾ ਨਹੀਂ, ਮੇਰੇ ਕਿਤੇ ਮੈਨੂੰ ਬਦਲਣਾ ਦੇਣ, ਪਹਿਲੇ ਹੀ ਲੈ ਲਓ, ਬਾਅਦ ਚ ਦੇਖੀ ਜਾਊਗੀ। ਯਾਰ ਕੋਈ ਸਰਕਾਰ ਹੈ, ਰੋਜ਼ ਲੜੀ ਜਾਂਦੇ। ਜਿਹੜੇ ਘਰ 'ਚ ਲੜਾਈ ਹੋਏ ਨਾ, ਬਰਕਤ ਨਹੀਂ ਆਉਂਦੀ ਉਸ ਘਰ ਨੂੰ। ਲੜਾਈ ਤੇ ਲੋਕੀ ਤਬਾਹ ਹੋਈ ਜਾਂਦੇ। ਹੁਣ ਅੱਗੇ ਵਧਦੇ ਹਾਂ। ਨਵਾਂ ਸ਼ਹਿਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਨਵਾਂ ਸ਼ਹਿਰ ਦੇ ਸੀਏ ਸਟਾਫ ਦੇ ਵਿੱਚ ਧਮਾਕਾ ਹੋਇਆ। ਧਮਾਕੇ ਦੇ ਕਾਰਨਾਂ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਤੇ ਮਾਮਲੇ ਦੀ ਜਾਂਚ ਦੇ ਵਿੱਚ ਪੁਲਿਸ ਜੁਟੀ ਹੋਈ ਹੈ। ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ। ਜੋ ਜਾਣਕਾਰੀ ਇਸ ਸਮੇਂ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਤਾਂ ਸੀਏ ਸਟਾਫ ਦੇ ਥਾਣੇ ਦੇ ਵਿੱਚ ਧਮਾਕਾ ਹੋਇਆ, ਇਸ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ। ਨਵਾਂ ਸ਼ਹਿਰ ਤੋਂ ਵੱਡੀ ਖਬਰ ਇਸ ਸਮੇਂ ਦੀ, ਤੇ ਤੁਹਾਨੂੰ ਦੱਸ ਦਈਏ ਕਿ ਧਮਾਕੇ ਦੀ ਵਜ੍ਹਾ ਕੀ ਹੈ, ਕਿਉਂ ਧਮਾਕਾ ਹੋਇਆ, ਇਸ ਨੂੰ ਲੈ ਕੇ ਹੁਣ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਪਰ ਸੀਏ ਸਟਾਫ ਦੇ ਥਾਣੇ ਦੇ ਵਿੱਚ ਇਹ ਧਮਾਕਾ ਜ਼ਰੂਰ ਹੋਇਆ ਹੈ, ਇਹ ਜਾਣਕਾਰੀ ਜ਼ਰੂਰ ਮਿਲ ਰਹੀ ਹੈ। ਇਸ ਦੇ ਵਿੱਚ ਰਾਹਤ ਦੀ ਖਬਰ ਇਹ ਵੀ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਗਿਆ ਹੈ ਮੌਕੇ ਦੇ ਉੱਤੇ। ਤਾਂ ਫੋਰੈਂਸਿਕ ਟੀਮ ਦੇ ਵੱਲੋਂ ਵੀ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਧਮਾਕਾ ਕਿਉਂ ਹੋਇਆ, ਇਸ ਦੇ ਪਿੱਛੇ ਵਜ੍ਹਾ ਕੀ ਸੀ, ਕਿਉਂ ਇਸ ਤਰੀਕੇ ਨਾਲ ਧਮਾਕੇ ਦੀ ਘਟਨਾ ਹੋਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਦੇ ਜਿਹੜੇ ਅਧਿਕਾਰੀ ਨੇ ਫਿਲਹਾਲ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੇ ਇਸ ਪੂਰੇ ਮੁੱਦੇ ਦੇ ਉੱਤੇ। ਤਾਂ ਫੋਰੈਂਸਿਕ ਟੀਮ ਨੂੰ ਉੱਥੇ ਜ਼ਰੂਰ ਬੁਲਾਇਆ ਗਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰਨ ਦੇ ਲਈ। ਤਾਂ ਨਵਾਂ ਸ਼ਹਿਰ ਅਸੀਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਵਾਂ ਸ਼ਹਿਰ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਕਿਸੇ ਹੋਰ ਮਾਮਲੇ ਨਾਲ ਫਿਲਹਾਲ ਨਹੀਂ ਜੋੜਿਆ ਜਾ ਸਕਦਾ, ਪਰ ਕੁਝ ਸਮਾਂ ਪਹਿਲਾਂ ਜਲੰਧਰ ਦੇ ਮਕਸੂਦਾਂ ਥਾਣੇ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਜਿਹੜੇ ਧਮਾਕੇ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਸੀ। ਬਾਅਦ ਦੇ ਵਿੱਚ ਉਹ ਪੂਰਾ ਮਾਮਲਾ ਹੈਂਡ ਗ੍ਰੇਨੇਡ ਦੇ ਨਾਲ ਜਾ ਕੇ ਜੁੜ ਗਿਆ, ਪਰ ਇਹ ਮਾਮਲੇ ਦੇ ਵਿੱਚ ਅਜੇ ਤੱਕ ਅਜਿਹਾ ਕੋਈ ਵੀ ਕਨੈਕਸ਼ਨ ਨਜ਼ਰ ਨਹੀਂ ਆਇਆ, ਕਿਉਂਕਿ ਬਹੁਤ ਸ਼ੁਰੂਆਤੀ ਜਾਣਕਾਰੀ ਸਾਡੇ ਕੋਲ ਇਸ ਸਮੇਂ ਤੱਕ ਪਹੁੰਚੀ ਹੈ। ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿੱਧਾ रुख ਕਰਦੇ हैं शैलेश कुमार ਸਾਡੇ सहयोगी ਨਵਾਂ ਸ਼ਹਿਰ ਤੋਂ ਸਾਡੇ ਨਾਲ ਨੇ। शैलेश, क्या कुछ आपके पास जानकारी? जी बिल्कुल गौरव, ये जी नवा सदे सीआई स्टाफ है उत्थे रात देर रात करीब किसी बंदे ने किसी व्यक्ति ने उन्होंने बम फेंकिया, लेकिन जरा उत्थे फेंकिया गया। उस तो बाद जरा उत्थे पानी टैंक सीगा पंजाब पुलिस के बरतों वास्ते वो फट गया। नाल जी 2-3 कार खड़ी सब शीशा टूट गया। लेकिन जब से पुलिस रात से लगातार जांच कर रही है, लेकिन हाले तो कोई खुलासा कोई प्रेस सामने आने से पुलिस गुरेज कर रही है। अजी सारे यहाँ से लगा 2-3 से बाहर खड़े हैं सीआई साहब से, कोई पुलिस लेकर सामने नहीं आ रहा है, ना ही कुछ दसना चाहते कि बम की सुतली बम है किड़े बम ने। लेकिन यार जांच का सूत्रों से मिले पता चल रहा है उन्हें जैसे कोई असामाजिक संगठन है वो हो सकता है कि पुलिस को डराउन ले चाहे सीआई साहब को परेशान करने कोई इस तरह के बम फेंके है। जी गौरव,
मैं समझना चाहना कि किन्ने वजे की घटना है, कितना बड़ा धमाका सी, आवाज कितनी ज्यादा सी, कि इसका कोई कनैक्शन कोई RDX या कोई हैंड ग्रेनेड इस तरीके नाल जुड़ रहा है, या फिर अंदर कोई कई बार यह भी होंदा है कि कोई सिलेंडर है या कोई होर चीज है उसके फटन नाल धमाका होया है, कुछ जानकारी मिल रही होवे, कोई तुहाडे कोल इन्फॉर्मेशन होवे? नहीं जी बिल्कुल गौरव, जो तुम कह रहे हो कोई सिलेंडर होगा इस तरह नहीं है, लेकिन जो कर्मचारी अंदर रात रह रहे थे, जो अंदर रहने CI स्टाफ के अंदर में, उन्होंने ये कहना है कि बम रात में देर सुटिया गया, जब बम धमाका हुआ तो जो सोई थी वो सारे बाहर उठ के आ गए और सारे देखने लगे, धमाका बहुत बड़ा धमाका सी। तो यही पता लगे हाले तो जो पंजाब पुलिस के मुलाजिम कर्मचारी अंदर ने जो मैं दसिया यही कि वो एक बम सीगा, बम फटे यहाँ पे, जो धमाका हुआ, धमाके के बाद असी सारे घबरा गए कि और भी कुछ हो सकता है। पंजाब पुलिस बड़े बड़े अधिकारी ने और सारा रात से लगातार जांच कर रहे हैं, तो सुबह सारे अधिकारी पहुंचे हैं, लेकिन है तो कोई जांच मतलब खुलासा बाहर नहीं हुआ है कि हले धमाका किसी का सीगा जी। जी, तो इस समय मौके के उत्ते कौन है, दसो उत्ते कौन कौन पहुंचे होया, किहड़ियां टीमां पहुंचियां होईयां ने जो जांच कर रही ने? बोले फोरेंसिक टीम पहुंची, फोरेंसिक टीम पहुंच के जेरे सामान फटिया उसे जेरे बम से उसे धमाका हुआ वो सारा सामान जो चक के ले गए फोरेंसिक टीम वाले, और जो लगातार यहाँ पे जो अधिकारी वो जांच कर रहे हैं तक जी। किन्ने स्टाफ दे मैंबर्स हुंदे ने CIA स्टाफ दे इस थाने दे विच, ये भी दसो कि उत्थे कौन कौन उस समय मौजूद सी, किसी प्रत्यक्षदर्शी नाल जिहड़ा कोई स्टाफ दा मैंबर होवे उसदे नाल कोई गल हुई होवे? जी नहीं, जेरे कर्मचारी ने जेरे पुलिस पंजाब जेरे CI स्टाफ कर्मचारी सारे अंदर ही ने, किसी को बाहर नहीं आया गया, चाहे मुंशी ने जरा नाइट मुंशी होंगे इतने, नाइट अफसर होंगे इतने, और भी जो ASI हवलदार होंगे सारे अंदर ही है, वो कोई बाहर नहीं आने देता कि ना किसी को मीडिया को मिलन दिता उन्होंने हले तक। कोई बड़े अधिकारी भी पहुंचे ने शैलेश उत्थे? नहीं जी, सिर्फ SSP नवाज सर ने, वो ने SPD ने, DSPD ने, PBI DSP है, कई जेरी और भी डिपार्टमेंट पुलिस डिपार्टमेंट जिले दे ने, बाहर तो कोई हले अधिकारी नहीं पहुंचे नहीं थे। चलो शुक्रिया, बहुत बहुत धन्यवाद साडे नाल जुड़न दे लई, इस पूरी गलबात दे लई। फिलहाल जो बिल्कुल मुढ़ली जानकारी साडे कोल पहुंची है, क्योंकि ये पूरा तफ्तीश दा विषय है कि आखिर धमाके दे पिछे वजह की है। फिलहाल जो जानकारी मिल रही है, क्योंकि ये कई बार कहा जाता है कि किसी तरह का कोई सिलेंडर ना होवे जो फट गया होवे ते उसदी वजह नाल कोई धमाके दी आवाज आई है, या फिर कोई होर कई बार कोई इक्विपमेंट हुंदा है, कोई जिहड़े साधन हुंदे ने, तो वो शायद फटिया होवे। तो फिलहाल जो जानकारी है, जिवें शैलेश साडे सहयोगी जानकारी दे रहे सन कि इस तरह की तो कोई घटना नहीं वापरी, ये बहुत क्लीयर किया गया है। हालांकि इसनूं किसी साजिश दे नाल जोड़िया जावे या किस तरीके नाल पूरी घटना नूं अंजाम दिता गया है, किसने अंजाम दिता, पूरा जांच का विषय फिलहाल नहीं पुलिस दे वल्लों कोई भी जानकारी दी जा रही है। छोटे जे ब्रेक लिए रुक रहे हैं।